ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ ਅਨਹਦ ਸੰਧੂ ਕੋਚਿੰਗ ਹਬ ਦੇ ਵਿੱਚ ਸਾਰਿਆਂ ਦਾ ਹੀ। ਹਾਂਜੀ, ਮੈਂ ਇਸ ਤੋਂ ਪਹਿਲਾਂ ਆਪਣਾ ਫਸਟ ਪਾਰਟ ਅਪਲੋਡ ਕਰ ਚੁੱਕੀ ਹਾਂ ਜੋ ਹੈ ਬ੍ਰਿਟਿਸ਼ ਭਾਰਤ ਦੇ ਵਿੱਚ ਸੰਵਿਧਾਨਿਕ ਵਿਕਾਸ। ਅੱਜ ਮੈਂ ਆਪਾਂ ਪਹਿਲਾਂ 6 ਪੁਆਇੰਟ ਤੱਕ ਪੜ੍ਹ ਚੁੱਕੇ ਹਾਂ ਜੋ ਕਿ ਕੁਝ ਐਕਟ ਬ੍ਰਿਟਿਸ਼ ਇੰਡੀਆ ਦੁਆਰਾ ਪਾਰਿਤ ਕੀਤੇ ਗਏ ਸੀ। ਉਸ ਤੋਂ ਨੈਕਸਟ ਆਪਾਂ ਅੱਜ ਅੱਗੇ ਕਰਾਂਗੇ ਆਪਣੇ ਸੈਕਿੰਡ ਪਾਰਟ ਦੇ ਵਿੱਚ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਾਰਿਆਂ ਦੀ ਤਰ੍ਹਾਂ ਹੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਪਲੀਜ਼ ਵੀਡੀਓ ਫੁੱਲ ਵਾਚ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਓਕੇ ਜੀ, ਹਾਂਜੀ, ਅੱਜ ਦਾ ਆਪਾਂ ਆਪਣਾ ਅਗਲਾ ਵੀਡੀਓ ਸਟਾਰਟ ਕਰਦੇ ਹਾਂ। ਜਿਸ ਤਰ੍ਹਾਂ ਜੀ ਚਾਰਟਰ ਐਕਟ 1833 ਈਸਵੀ ਬਹੁਤ ਇੰਪੋਰਟੈਂਟ ਸੀ, ਉਸੇ ਤਰ੍ਹਾਂ ਹੀ ਗਵਰਨਮੈਂਟ ਆਫ ਇੰਡੀਆ ਐਕਟ 1858 ਈਸਵੀ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਸੀ ਜੋ ਕਿ 1857 ਈਸਵੀ ਦੇ ਵਿਦਰੋਹ ਤੋਂ ਬਾਅਦ ਬਣਿਆ ਸੀ। ਠੀਕ ਹੈ, ਇਹਦੇ ਵਿੱਚ ਕੀ ਕੀਤਾ ਗਿਆ ਜੀ ਕਿ ਭਾਰਤ ਦੇ ਵਿੱਚ ਮੁਗਲ ਸ਼ਾਸਨ ਅਤੇ ਮੁਗਲ ਸਮਰਾਟ ਦੇ ਪਦ ਨੂੰ ਸਮਾਪਤ ਕਰ ਦਿੱਤਾ ਗਿਆ ਤੇ ਭਾਰਤ ਦੇ ਵਿੱਚ ਈਸਟ ਇੰਡੀਆ ਕੰਪਨੀ ਦਾ ਜਿਹੜਾ ਸ਼ਾਸਨ ਸੀ ਉਹ ਵੀ ਸਮਾਪਤ ਹੋ ਗਿਆ। ਤੇ ਹੁਣ ਕੀ ਸੀ ਕਿ ਜੀ ਬ੍ਰਿਟਿਸ਼ ਜਿਹੜਾ ਸ਼ਾਸਨ ਸੀ, ਭਾਰਤ ਦਾ ਸ਼ਾਸਨ ਸੀ, ਉਹ ਬ੍ਰਿਟਿਸ਼ ਸਮਰਾਟ ਦੇ ਹੱਥਾਂ ਦੇ ਵਿੱਚ ਹੋ ਗਿਆ ਤੇ ਬ੍ਰਿਟਿਸ਼ ਭਾਰਤ ਦੇ ਪ੍ਰਸ਼ਾਸਨ ਦੀ ਦੇਖ ਰੇਖ ਦੇ ਲਈ ਬ੍ਰਿਟਿਸ਼ ਮੰਤਰੀ ਮੰਡਲ ਦੇ ਵਿੱਚ ਇੱਕ ਮੰਤਰੀ ਦੀ ਨਿਯੁਕਤੀ ਕੀਤੀ ਗਈ ਜਿਸ ਨੂੰ ਭਾਰਤ ਸਚਿਵ ਕਿਹਾ ਗਿਆ। ਕੀ ਕਿਹਾ ਗਿਆ ਜੀ? ਭਾਰਤ ਸਚਿਵ। ਔਰ ਇਸ ਭਾਰਤ ਸਚਿਵ ਦੀ ਸਹਾਇਤਾ ਦੇ ਲਈ 15 ਮੈਂਬਰਾਂ ਦੀ ਇੱਕ ਸਮਿਤੀ ਨਿਯੁਕਤ ਕੀਤੀ ਗਈ ਜਿਸ ਨੂੰ ਇੰਡੀਅਨ ਕੌਂਸਲ ਕਿਹਾ ਗਿਆ। ਕੀ ਕਿਹਾ ਗਿਆ ਜੀ? ਇੰਡੀਅਨ ਕੌਂਸਲ। ਤੇ ਇਸ ਇੰਡੀਅਨ ਕੌਂਸਲ ਦੇ ਵਿੱਚ ਜਿਹੜੇ 15 ਮੈਂਬਰ ਸੀਗੇ ਉਹਨਾਂ ਦੇ ਵਿੱਚੋਂ 8 ਮੈਂਬਰ ਸੀ ਜਿਹੜੇ ਉਹਨਾਂ ਦੀ ਨਿਯੁਕਤੀ ਸੀ ਜਿਹੜਾ ਬ੍ਰਿਟਿਸ਼ ਸਮਰਾਟ ਦੇ ਦੁਆਰਾ ਕੀਤੀ ਜਾਂਦੀ ਸੀ ਔਰ ਜਿਹੜੇ ਬਾਕੀ ਦੇ 7 ਮੈਂਬਰ ਸੀ ਜੀ ਉਹਨਾਂ ਦੀ ਨਿਯੁਕਤੀ ਕੋਰਟ ਆਫ ਡਾਇਰੈਕਟਰਸ ਦੇ ਦੁਆਰਾ ਕੀਤੀ ਜਾਂਦੀ ਸੀ। ਠੀਕ ਹੈ ਜੀ, ਮੈਂ ਤੁਹਾਨੂੰ ਪਹਿਲਾਂ ਹੀ ਕੋਰਟ ਆਫ ਡਾਇਰੈਕਟਰਸ ਦੇ ਬਾਰੇ ਵਿੱਚ ਦੱਸ ਚੁੱਕੀ ਹਾਂ। ਅਗਰ ਕਿਸੇ ਨੂੰ ਨਹੀਂ ਪਤਾ ਤਾਂ ਉਹ ਮੇਰੇ ਪਿਛਲੇ ਵੀਡੀਓ ਪਾਰਟ 1 ਦੇ ਵਿੱਚ ਜਾ ਕੇ ਦੇਖ ਸਕਦੇ ਹਨ। ਠੀਕ ਹੈ ਜੀ, ਭਾਰਤ ਦੇ ਵਿੱਚ ਗਵਰਨਰ ਜਨਰਲ ਸੀ ਜਿਹੜੇ ਉਹਨਾਂ ਨੂੰ ਹੁਣ 1858 ਈਸਵੀ ਦੇ ਐਕਟ ਦੇ ਅਧੀਨ ਭਾਰਤ ਦੇ ਜਿਹੜੇ ਗਵਰਨਰ ਜਨਰਲ ਸੀ ਉਹਨਾਂ ਨੂੰ ਵਾਇਸ ਰਾਏ ਦੀ ਪਦਵੀ ਦੇ ਦਿੱਤੀ ਗਈ ਤੇ ਇਸ ਦੀ ਸਹਾਇਤਾ ਦੇ ਲਈ 5 ਮੈਂਬਰਾਂ ਦੀ ਕਾਰਜਕਾਰੀ ਪਰਿਸ਼ਦ ਦਾ ਗਠਨ ਵੀ ਕੀਤਾ ਗਿਆ ਇਸ ਐਕਟ ਦੇ ਅਧੀਨ। ਬਹੁਤ ਇੰਪੋਰਟੈਂਟ ਐਕਟ ਹੈ ਜੀ, ਇਸ ਨੂੰ ਪਲੀਜ਼ ਧਿਆਨ ਨਾਲ ਕਰ ਲੈਣਾ। ਓਕੇ ਜੀ, ਅੱਗੇ ਜੀ ਨੈਕਸਟ ਐਕਟ ਹੈ ਜੀ ਇੰਡੀਅਨ ਕੌਂਸਲ ਐਕਟ 1861। ਠੀਕ ਹੈ ਜੀ, 1858 ਈਸਵੀ ਤੋਂ ਬਾਅਦ 1861 ਈਸਵੀ ਦਾ ਇੰਡੀਅਨ ਕੌਂਸਲ ਐਕਟ ਆਇਆ। ਵਾਇਸ ਰਾਏ ਬਣਾਏ ਗਏ ਜੀ ਗਵਰਨਰ ਜਨਰਲ ਤੋਂ ਬਾਅਦ। ਕਿਹੜੀ ਪਦਵੀ ਆਈ? ਵਾਇਸ ਰਾਏ ਦੀ, ਜਿਹੜੀ ਕਿ 1858 ਈਸਵੀ ਦੇ ਐਕਟ ਦੇ ਵਿੱਚ ਬਣੇ। ਤੇ ਵਾਇਸ ਰਾਏ ਕੈਨਿੰਗ ਨੇ ਆਪਣੇ ਕਾਰਜਕਾਰੀ ਪਰਿਸ਼ਦ ਦੇ ਮੈਂਬਰਾਂ ਦੇ ਵਿਚਕਾਰ ਵਿਭਾਗਾਂ ਦੀ ਵੰਡ ਕਰ ਦਿੱਤੀ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਭਾਰਤ ਦੇ ਗਵਰਨਰ ਜਨਰਲ ਵਾਇਸ ਰਾਏ ਦੀ ਪਦਵੀ ਦਿੱਤੀ ਗਈ ਤੇ ਉਹਦੇ ਸਹਾਇਤਾ ਦੇ ਲਈ 5 ਮੈਂਬਰਾਂ ਦੀ ਕਾਰਜਕਾਰੀ ਪਰਿਸ਼ਦ ਬਣਾਈ ਗਈ ਤੇ ਕੈਨਿੰਗ ਜਿਹੜੇ ਪਹਿਲੇ ਵਾਇਸ ਰਾਏ ਸੀ ਉਹਨਾਂ ਨੇ ਆਪਣੀ ਕਾਰਜਕਾਰੀ ਪਰਿਸ਼ਦ ਦੇ ਮੈਂਬਰਾਂ ਦੇ ਵਿੱਚ ਕੀ ਕਰ ਦਿੱਤੀ? ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਤੇ ਇਸ ਪ੍ਰਕਾਰ ਉਸਨੇ ਭਾਰਤ ਦੇ ਵਿੱਚ ਪੋਰਟਫੋਲੀਓ ਸਿਸਟਮ ਵਿਭਾਗੀ ਪ੍ਰਣਾਲੀ ਦੀ ਨੀਂਹ ਰੱਖੀ। ਅਗਰ ਆਪਾਂ ਕਹਿ ਸਕਦੇ ਹਾਂ ਕਿ ਪੋਰਟਫੋਲੀਓ ਸਿਸਟਮ ਜਾਂ ਵਿਭਾਗੀ ਪ੍ਰਣਾਲੀ ਦੀ ਨੀਂਹ ਕਿਸ ਨੇ ਰੱਖੀ ਤਾਂ ਉਹ ਰੱਖੀ ਜੀ ਵਾਇਸ ਰਾਏ ਕੈਨਿੰਗ ਨੇ। ਠੀਕ ਹੈ ਜੀ, ਕਾਨੂੰਨ ਬਣਾਉਣ ਲਈ ਵਾਇਸ ਰਾਏ ਨੇ ਕਾਰਜਕਾਰੀ ਪਰਿਸ਼ਦ ਦਾ ਵਿਸਤਾਰ ਵੀ ਕੀਤਾ ਤੇ ਇਸ ਦੇ ਵਿੱਚ ਘੱਟੋ ਘੱਟ 6 ਅਤੇ ਜ਼ਿਆਦਾ ਤੋਂ ਜ਼ਿਆਦਾ 12 ਮੈਂਬਰਾਂ ਦੀ ਨਿਯੁਕਤੀ ਕੀਤੀ ਗਈ। ਸੰਕਟ ਕਾਲ ਵਿੱਚ ਵਾਇਸ ਰਾਏ ਵਿਧਾਨ ਪਰਿਸ਼ਦ ਦੀ ਮਨਜ਼ੂਰੀ ਤੋਂ ਬਿਨਾਂ ਅਧਿਆਦੇਸ਼ ਆਰਡੀਨੈਂਸ ਜਿਸ ਨੂੰ ਬੋਲਿਆ ਜਾਂਦਾ ਹੈ ਆਰਡੀਨੈਂਸ ਜਾਰੀ ਕਰ ਸਕਦਾ ਸੀ ਜੋ ਕਿ 6 ਮਹੀਨੇ ਤੱਕ ਲਾਗੂ ਰਹਿ ਸਕਦੇ। ਮਤਲਬ ਅਗਰ ਕੋਈ ਵੀ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਪਰਿਸਥਿਤੀ ਆਉਂਦੀ ਸੀ ਕਿ ਵਾਇਸ ਰਾਏ ਨੂੰ ਭਾਰਤ ਦੇ ਵਿੱਚ ਸੰਕਟ ਕਾਲ ਦੀ ਘੋਸ਼ਣਾ ਕਰਨੀ ਪਵੇ ਤਾਂ ਜਿਹੜੀ ਵਿਧਾਨ ਪਰਿਸ਼ਦ ਦੀ ਉਸ ਦੀ ਮਨਜ਼ੂਰੀ ਤੋਂ ਬਿਨਾਂ ਵੀ ਜਿਹੜਾ ਵਾਇਸ ਰਾਏ ਸੀ ਉਹ ਇੱਕ ਅਧਿਆਦੇਸ਼ ਜਾਰੀ ਕਰ ਸਕਦਾ ਸੀ ਤੇ ਇਹ ਜ਼ਿਆਦਾ ਤੋਂ ਜ਼ਿਆਦਾ ਟਾਈਮ ਤੱਕ ਲਾਗੂ ਰਹਿ ਸਕਦਾ ਸੀ। ਇਸ ਟਾਈਮ ਵੀ ਇਸੇ ਤਰ੍ਹਾਂ ਹੀ ਹੈ ਜੀ, ਆਪਣੇ ਰਾਸ਼ਟਰਪਤੀ ਜੋ ਹੈ ਉਹ ਸੰਕਟ ਕਾਲ ਦੇ ਸਮੇਂ ਇੱਕ ਅਧਿਆਦੇਸ਼ ਜਾਰੀ ਕਰ ਸਕਦੇ ਨੇ ਤੇ 6 ਮਹੀਨੇ ਤੱਕ ਉਹ ਲਾਗੂ ਰਹਿੰਦਾ। ਠੀਕ ਹੈ ਜੀ, ਉਸੇ ਤਰ੍ਹਾਂ ਹੀ ਉਸ ਤੋਂ ਬਾਅਦ ਜੀ ਇੰਡੀਅਨ ਕੌਂਸਲ ਐਕਟ 1892 ਈਸਵੀ, ਉਸ ਤੋਂ ਬਾਅਦ ਬਣਿਆ ਇੰਡੀਅਨ ਕੌਂਸਲ ਐਕਟ 1861 ਤੋਂ ਬਾਅਦ ਇੰਡੀਅਨ ਕੌਂਸਲ ਐਕਟ 1892। ਠੀਕ ਹੈ ਜੀ, ਵਾਇਸ ਰਾਏ ਦੀ ਕਾਰਜਕਾਰੀ ਪਰਿਸ਼ਦ ਦੇ ਵਿੱਚ ਜ਼ਿਆਦਾ ਮੈਂਬਰਾਂ ਦੀ ਸੰਖਿਆ ਘੱਟ ਤੋਂ ਘੱਟ 10 ਅਤੇ ਜ਼ਿਆਦਾ ਤੋਂ ਜ਼ਿਆਦਾ 16 ਨਿਸ਼ਚਿਤ ਕੀਤੀ ਗਈ। ਜਿਹੜੀ ਕਾਰਜਕਾਰੀ ਪਰਿਸ਼ਦ ਸੀ ਹੁਣ ਉਸ ਦੇ ਮੈਂਬਰਾਂ ਦੀ ਸੰਖਿਆ ਸੀ ਜਿਹੜੀ ਉਹ ਵੀ ਘੱਟ ਤੋਂ ਘੱਟ 10 ਹੋ ਸਕਦੀ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ 16 ਨਿਸ਼ਚਿਤ ਕਰ ਦਿੱਤੀ ਗਈ ਤੇ ਇਸ ਦੇ ਵਿੱਚ 5 ਗੈਰ ਸਰਕਾਰੀ ਮੈਂਬਰਾਂ ਦੇ ਵਿੱਚੋਂ ਜਿਹੜੇ ਇਸ ਦੇ 5 ਗੈਰ ਸਰਕਾਰੀ ਮੈਂਬਰ ਸੀ ਉਹਦੇ ਵਿੱਚੋਂ 4
ਪ੍ਰਾਂਤਾਂ ਦੇ ਵਿੱਚੋਂ ਮੈਂਬਰ ਲਏ ਗਏ, ਜੋ ਕਿ ਬੰਗਾਲ, ਬੰਬਈ, ਮਦਰਾਸ ਤੇ ਉੱਤਰ ਪ੍ਰਦੇਸ਼ ਦੇ ਵਿਧਾਨ ਮੰਡਲਾਂ ਦੇ ਗੈਰ ਸਰਕਾਰੀ ਮੈਂਬਰਾਂ ਦੁਆਰਾ ਤੇ ਇੱਕ ਕਲਕੱਤਾ ਦੇ ਵਣਜ ਮੰਡਲ ਦੇ ਮੈਂਬਰਾਂ ਦੁਆਰਾ ਚੁਣਿਆ ਜਾਂਦਾ ਸੀ। ਠੀਕ ਹੈ ਜੀ। ਤੇ ਮੈਂਬਰਾਂ ਨੂੰ ਪਰਿਸ਼ਦ ਦੀ ਬੈਠਕਾਂ ਦੇ ਵਿੱਚ ਪ੍ਰਸ਼ਨ ਪੁੱਛਣ ਅਤੇ ਬਜਟ ਵਿੱਚ ਬਹਿਸ ਕਰਨ ਦਾ ਅਧਿਕਾਰ ਵੀ ਮਿਲ ਗਿਆ, ਜਿਸ ਤਰ੍ਹਾਂ ਕਿ ਆਪਣੇ ਅੱਜ ਵੀ ਸੰਸਦ ਦੇ ਵਿੱਚ ਇਸੇ ਤਰ੍ਹਾਂ ਹੀ ਹੁੰਦਾ ਹੈ, ਜਿਸ ਨੂੰ ਆਪਾਂ ਪ੍ਰਸ਼ਨ ਪੁੱਛਣ ਦਾ ਪੀਰੀਅਡ ਵੀ ਕਿਹਾ ਜਾਂਦਾ ਹੈ ਤੇ ਬਜਟ ਵੀ ਪੇਸ਼ ਕੀਤਾ ਜਾਂਦਾ ਹੈ। ਠੀਕ ਹੈ ਜੀ। ਅਗਰ ਆਪਾਂ ਦੇਖੀਏ ਤਾਂ ਕੁਝ ਚੀਜ਼ਾਂ ਨੇ ਜਿਹੜੀਆਂ ਆਪਣੀ ਅੱਜ ਦੀ ਸਰਕਾਰ ਦੇ ਵਿੱਚ ਉਸ ਟਾਈਮ ਤੋਂ ਹੀ ਲਈਆਂ ਗਈਆਂ ਨੇ। ਠੀਕ ਹੈ ਜੀ। ਇਸ ਲਈ ਕਿਹਾ ਗਿਆ ਹੈ ਕਿ ਬ੍ਰਿਟਿਸ਼ ਭਾਰਤ ਦੇ ਵਿੱਚ ਸੰਵਿਧਾਨਕ ਵਿਕਾਸ, ਅਗਰ ਆਪਣੇ ਸੰਵਿਧਾਨ ਦੇ ਵਿੱਚ ਕੁਝ ਪੁਆਇੰਟ ਨੇ ਜੋ ਇਸੇ ਟਾਈਮ ਤੋਂ ਵੀ ਐਡ ਕੀਤੇ ਗਏ। ਠੀਕ ਹੈ ਜੀ। ਨੈਕਸਟ ਹੈ ਜੀ ਇੰਡੀਅਨ ਕੌਂਸਲ ਐਕਟ 1909 ਈਸਵੀ। ਠੀਕ ਹੈ ਜੀ। ਉਸ ਤੋਂ ਬਾਅਦ 1909 ਈਸਵੀ ਦਾ ਇੰਡੀਅਨ ਕੌਂਸਲ ਐਕਟ ਬਣਿਆ, ਜਿਸ ਦੇ ਵਿੱਚ ਕੇਂਦਰੀ ਅਤੇ ਪ੍ਰਾਂਤਾਂ ਵਿਧਾਨ ਮੰਡਲ ਦਾ ਆਕਾਰ ਅਤੇ ਸ਼ਕਤੀਆਂ ਵਧਾ ਦਿੱਤੀਆਂ ਗਈਆਂ। ਕੇਂਦਰ ਦੇ ਅਤੇ ਪ੍ਰਾਂਤਾਂ ਦੇ ਵਿੱਚ ਜਿਹੜੇ ਵਿਧਾਨ ਮੰਡਲ ਸੀ ਉਹਨਾਂ ਦਾ ਮਤਲਬ ਆਕਾਰ, ਏਰੀਆ ਤੇ ਉਹਨਾਂ ਦੀ ਜਿਹੜੀ ਪਾਵਰ ਸੀ ਉਹ ਵੀ ਵਧਾ ਦਿੱਤੀਆਂ ਗਈਆਂ। ਤੇ ਕੇਂਦਰੀ ਵਿਧਾਨ ਮੰਡਲ ਦੇ ਵਿੱਚ ਮੈਂਬਰਾਂ ਦੀ ਜਿਹੜੀ ਸੰਖਿਆ ਸੀ ਉਹ ਕਿੰਨੀ ਕਰ ਦਿੱਤੀ ਗਈ? 60 ਕਰ ਦਿੱਤੀ ਗਈ। ਇਸ ਦੀ ਸਭ ਤੋਂ ਮਹੱਤਵਪੂਰਨ ਅਤੇ ਦੋਸ਼ਪੂਰਨ ਵਿਵਸਥਾ ਸੀ ਸੰਪਰਦਾਇਕ ਚੋਣ ਪ੍ਰਣਾਲੀ। ਮੁਸਲਮਾਨਾਂ ਦੇ ਲਈ ਚੋਣ ਖੇਤਰ ਬਣਾਏ ਗਏ ਅਲੱਗ। ਕੇਂਦਰ ਅਤੇ ਪ੍ਰਾਂਤਾਂ ਦੀ ਕਾਰਜਕਾਰੀ ਪਰਿਸ਼ਦ ਵਿੱਚ ਭਾਰਤੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ। ਠੀਕ ਹੈ ਜੀ। ਬ੍ਰਿਟਿਸ਼ਾਂ ਤੋਂ ਬਿਨਾਂ ਕਿਹਨਾਂ ਨੂੰ ਵੀ ਸ਼ਾਮਿਲ ਕੀਤਾ ਗਿਆ? ਕੇਂਦਰ ਅਤੇ ਪ੍ਰਾਂਤਾਂ ਦੀ ਕਾਰਜਕਾਰੀ ਪਰਿਸ਼ਦ ਵਿੱਚ ਭਾਰਤੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ। ਓਕੇ ਜੀ। ਨੈਕਸਟ ਹੈ ਜੀ ਇਸ ਦਾ ਗਵਰਨਮੈਂਟ ਆਫ ਇੰਡੀਆ ਐਕਟ 1919। ਠੀਕ ਹੈ ਜੀ। ਇੰਡੀਅਨ ਕੌਂਸਲ ਐਕਟ ਤੋਂ ਬਾਅਦ 1909 ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਐਕਟ 1919 ਭਾਰਤ ਕੀਤਾ ਗਿਆ। ਇਸ ਐਕਟ ਨੂੰ ਮੈਟੈਂਗੂ ਚੈਮਸਫੋਰਡ ਸੁਧਾਰ ਵੀ ਕਿਹਾ ਜਾਂਦਾ ਹੈ। ਮਾਟੈਂਗੂ ਚੈਮਸਫੋਰਡ ਸੁਧਾਰ ਵੀ ਕਿਹਾ ਜਾਂਦਾ ਹੈ। ਕਿਸ ਐਕਟ ਨੂੰ ਕਿਹਾ ਜਾਂਦਾ? ਗਵਰਨਮੈਂਟ ਆਫ ਇੰਡੀਆ ਐਕਟ 1919 ਨੂੰ। ਇਸ ਵਿੱਚ ਵਾਇਸਰਾਏ ਦੀ ਕਾਰਜਕਾਰੀ ਵਿੱਚ 8 ਮੈਂਬਰਾਂ ਵਿੱਚੋਂ 3 ਭਾਰਤੀ ਨਿਯੁਕਤ ਕੀਤੇ ਗਏ। ਵਾਇਸਰਾਏ ਦੀ ਜਿਹੜੀ ਕਾਰਜਕਾਰੀ ਪਰਿਸ਼ਦ ਸੀ ਉਹਦੇ ਵਿੱਚ 8 ਮੈਂਬਰਾਂ ਦੇ ਵਿੱਚੋਂ 3 ਕਿਹਨਾਂ ਨੂੰ ਨਿਯੁਕਤ ਕੀਤਾ ਗਿਆ? ਭਾਰਤੀ ਮੈਂਬਰਾਂ ਨੂੰ ਨਿਯੁਕਤ ਕੀਤਾ ਗਿਆ। ਤੇ ਇਹ ਕਹਿੰਦੇ ਕੇਂਦਰ ਦੇ ਵਿੱਚ ਇੱਕ ਦੋ ਸਦਨੀ ਵਿਵਸਥਾ ਸਥਾਪਿਤ ਕੀਤੀ ਗਈ। ਮਤਲਬ ਜਿਸ ਤਰ੍ਹਾਂ ਅੱਜ ਵੀ ਆਪਣੇ ਸੰਸਦ ਦੇ ਵਿੱਚ 2 ਸਦਨ ਨੇ, ਰਾਜ ਸਭਾ ਔਰ ਲੋਕ ਸਭਾ, ਉਸ ਟਾਈਮ ਵੀ ਗਵਰਨਮੈਂਟ ਆਫ ਇੰਡੀਆ ਐਕਟ 1919 ਈਸਵੀ ਦੇ ਵਿੱਚ 2 ਸਦਨਾਂ ਦੀ ਵਿਵਸਥਾ ਕੀਤੀ ਗਈ, ਜਿਨ੍ਹਾਂ ਦੇ ਵਿੱਚੋਂ ਇੱਕ ਸਦਨ ਸੀ ਜਿਸ ਨੂੰ ਰਾਜ ਪਰਿਸ਼ਦ ਕਿਹਾ ਜਾਂਦਾ ਸੀ ਤੇ ਦੂਸਰਾ ਸਦਨ ਸੀ ਵਿਧਾਨ ਸਭਾ। ਠੀਕ ਹੈ ਜੀ। ਜਿਸ ਤਰ੍ਹਾਂ ਆਪਣੇ ਰਾਜ ਸਟੇਟਸ ਦੇ ਵਿੱਚ ਹੁੰਦੇ ਨੇ ਵਿਧਾਨ ਸਭਾ, ਉਸੇ ਤਰ੍ਹਾਂ ਹੀ ਕੇਂਦਰ ਦੇ ਵਿੱਚ ਉਸ ਟਾਈਮ ਰਾਜ ਪਰਿਸ਼ਦ ਔਰ ਦੂਸਰਾ ਸਦਨ ਸੀ ਜਿਹੜਾ ਵਿਧਾਨ ਸਭਾ ਸਥਾਪਿਤ ਕੀਤਾ ਗਿਆ। ਠੀਕ ਹੈ ਜੀ। ਤੇ ਰਾਜ ਪਰਿਸ਼ਦ ਦੇ ਵਿੱਚ ਜਿਹੜੇ ਟੋਟਲ ਮੈਂਬਰ ਸੀ ਜੀ, ਠੀਕ ਹੈ ਜੀ, ਟੋਟਲ ਮੈਂਬਰ 60 ਸੀ, ਜਿਹਦੇ ਵਿੱਚੋਂ 34 ਮੈਂਬਰ ਸੀ ਉਹ ਚੁਣੇ ਜਾਂਦੇ ਸੀ ਔਰ ਜਿਹੜੇ 26 ਮੈਂਬਰ ਸੀ ਉਹ ਗਵਰਨਰ ਜਨਰਲ ਦੁਆਰਾ ਚੁਣੇ ਜਾਂਦੇ ਸੀ। ਠੀਕ ਹੈ ਜੀ। ਗਵਰਨਰ ਜਨਰਲ ਦੁਆਰਾ ਚੁਣੇ ਹੋਏ ਸੀ। ਠੀਕ ਹੈ ਜੀ। ਉਸੇ ਤਰ੍ਹਾਂ ਹੀ ਵਿਧਾਨ ਸਭਾ ਸੀ ਜਿਹੜੀ, ਉਹਦੇ ਵਿੱਚ ਟੋਟਲ ਮੈਂਬਰ ਸੀ 145, ਜਿਹਦੇ ਵਿੱਚੋਂ 104 ਮੈਂਬਰ ਚੁਣੇ ਹੋਏ ਸੀ ਤੇ ਇਹਦੇ ਵਿੱਚੋਂ ਜਿਹੜੇ 41 ਮੈਂਬਰ ਸੀਗੇ ਉਹ ਸੀ ਜੀ ਗਵਰਨਰ ਜਨਰਲ ਦੁਆਰਾ ਮਨੋਨੀਤ ਕੀਤੇ ਜਾਂਦੇ ਸੀ। ਤੇ 32 ਮੈਂਬਰ ਸੀ ਜਿਹੜੇ, ਉਹਨਾਂ ਦੇ ਵਿੱਚ ਇਹਦੇ ਵਿੱਚੋਂ ਵੀ 32 ਮੈਂਬਰ ਸੀ ਜਿਹੜੇ ਉਹ ਸੰਪਰਦਾਇਕ ਸੀਗੇ ਔਰ 30+2 ਮੈਂਬਰ ਸੀ ਜਿਹੜੇ ਉਹ ਕੀ ਸੀ ਜੀ? ਸਿੱਖ ਸੀ ਔਰ ਮੁਸਲਮਾਨ ਸੀ। ਠੀਕ ਹੈ ਜੀ। ਓਕੇ ਜੀ। ਹਾਂਜੀ। ਉਸ ਤੋਂ ਬਾਅਦ ਜੀ ਇਸ ਐਕਟ ਦੁਆਰਾ ਪਹਿਲੀ ਵਾਰ ਪ੍ਰਤੱਖ ਚੋਣ ਪ੍ਰਣਾਲੀ ਅਪਣਾਈ ਗਈ। ਕਿਹੜੇ ਐਕਟ ਦੁਆਰਾ ਸਭ ਤੋਂ ਪਹਿਲੀ ਵਾਰ ਪ੍ਰਤੱਖ ਚੋਣ ਪ੍ਰਣਾਲੀ ਅਪਣਾਈ ਗਈ? ਗਵਰਨਮੈਂਟ ਆਫ ਇੰਡੀਆ ਐਕਟ। ਪ੍ਰਸ਼ਾਸਨਿਕ ਵਿਸ਼ੇ ਤੇ 2 ਸੂਚੀਆਂ, ਕੇਂਦਰ ਸੂਚੀ ਤੇ ਰਾਜ ਸੂਚੀ ਦੇ ਵਿੱਚ ਵੰਡਿਆ ਗਿਆ, ਜਿਹਦੇ ਵਿੱਚ ਕੇਂਦਰ ਸੂਚੀ ਦੇ ਵਿੱਚ ਕਿਹਨਾਂ ਨੂੰ ਰੱਖਿਆ ਮੁਦਰਾ, ਵਿਦੇਸ਼ੀ ਮਾਮਲੇ ਆਦਿ ਰੱਖੇ ਗਏ ਔਰ ਰਾਜ ਸੂਚੀ ਦੇ ਵਿੱਚ ਕਾਨੂੰਨੀ ਵਿਵਸਥਾ, ਸਿੱਖਿਆ, ਖੇਤੀ ਆਦਿ ਨੂੰ ਰੱਖਿਆ ਗਿਆ। ਠੀਕ ਹੈ ਜੀ। ਉਸ ਤੋਂ ਬਾਅਦ ਜੀ ਗਵਰਨਮੈਂਟ ਆਫ ਇੰਡੀਆ ਐਕਟ 1935। ਠੀਕ ਹੈ ਜੀ। ਗਵਰਨਮੈਂਟ ਆਫ ਇੰਡੀਆ ਐਕਟ 1935 ਬ੍ਰਿਟਿਸ਼ ਭਾਰਤ ਦੇ ਵਿੱਚ ਪ੍ਰਾਂਤਾਂ ਅਤੇ ਦੇਸੀ ਰਿਆਸਤਾਂ ਨੂੰ ਮਿਲਾ ਕੇ ਇੱਕ ਅਖਿਲ ਭਾਰਤੀ ਸੰਘ ਬਣਾਇਆ ਗਿਆ, ਜਿਸ ਵਿੱਚ ਬ੍ਰਿਟਿਸ਼ ਭਾਰਤ ਦੇ ਪ੍ਰਾਂਤ ਜ਼ਰੂਰੀ ਰੂਪ ਦੇ ਵਿੱਚ ਸ਼ਾਮਿਲ ਸੀ, ਜਦਕਿ ਦੇਸੀ ਰਿਆਸਤਾਂ ਦਾ ਇੱਛਾ ਦੇ ਨਿਰਭਰ ਸੀ। ਮਤਲਬ ਕਹਿੰਦੇ ਬ੍ਰਿਟਿਸ਼ ਭਾਰਤ ਦੇ ਵਿੱਚ ਪ੍ਰਾਂਤਾਂ ਦੇ ਦੇਸੀ ਰਿਆਸਤਾਂ ਨੂੰ ਮਿਲਾ ਕੇ ਇੱਕ ਅਖਿਲ ਭਾਰਤੀ ਸੰਘ ਬਣਾਇਆ ਗਿਆ ਸੀ, ਜਿਹਦੇ ਵਿੱਚੋਂ ਤਾਂ ਜਿਹੜੇ ਪ੍ਰਾਂਤ ਸੀ ਉਹਨਾਂ ਦਾ ਜ਼ਰੂਰੀ ਰੂਪਾਂ ਦੇ ਵਿੱਚ
ਸ਼ਾਮਿਲ ਹੋਣਾ ਬ੍ਰਿਟਿਸ਼ ਭਾਰਤ ਦੇ ਵਿੱਚ ਜ਼ਰੂਰੀ ਸੀ, ਲੇਕਿਨ ਜਿਹੜੀਆਂ ਦੇਸੀ ਰਿਆਸਤਾਂ ਸੀਗੀਆਂ ਉਹਨਾਂ ਦਾ ਇੱਛਾ ਤੇ ਛੱਡ ਦਿੱਤਾ ਗਿਆ ਕਿ ਉਹਨਾਂ ਦੀ ਆਪਣੀ ਇੱਛਾ ਹੈ ਕਿ ਉਹ ਗਵਰਨਮੈਂਟ ਇਸ ਅਖਿਲ ਭਾਰਤੀ ਸੰਘ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ ਜਾਂ ਨਹੀਂ ਹੋਣਾ ਚਾਹੁੰਦੇ। ਤੇ ਸੰਘੀ ਵਿਧਾਨ ਮੰਡਲ ਦੇ ਅਧੀਨ 2 ਸਦਨੀ ਵਿਵਸਥਾ ਬਣਾ ਦਿੱਤੀ ਗਈ। ਉਸੇ ਤਰ੍ਹਾਂ ਹੀ ਰਾਜ ਪਰਿਸ਼ਦ ਔਰ ਸੰਘੀ ਸਭਾ, ਜਿਸ ਨੂੰ ਕਾਉਂਸਿਲ ਆਫ ਸਟੇਟ ਐਂਡ ਫੈਡਰਲ ਅਸੈਂਬਲੀ ਕਿਹਾ ਜਾਂਦਾ ਸੀ। ਤੇ ਇਹਦੇ ਵਿੱਚ ਵੀ ਜੀ ਜਿਹੜੇ ਮੈਂਬਰਾਂ ਦੀ ਸੰਖਿਆ ਸੀਗੀ ਉਹ ਰਾਜ ਪਰਿਸ਼ਦ ਦੇ ਵਿੱਚ 260 ਹੋ ਗਈ, ਠੀਕ ਹੈ, ਜਿਹਦੇ ਵਿੱਚੋਂ 156 ਸੀ ਬ੍ਰਿਟਿਸ਼ ਸ਼ਾਸਕਾਂ ਦੁਆਰਾ ਔਰ 104 ਸੀ ਜਿਹੜੇ ਉਹ ਦੇਸੀ ਰਿਆਸਤਾਂ ਦੁਆਰਾ ਚੁਣੇ ਹੋਏ ਮੈਂਬਰ ਹੁੰਦੇ ਸੀ, ਠੀਕ ਹੈ ਜੀ। ਉਸੇ ਤਰ੍ਹਾਂ ਹੀ ਫੈਡਰਲ ਸੰਘੀ ਸਭਾ ਦੇ ਵਿੱਚ ਟੋਟਲ 375 ਮੈਂਬਰ ਸੀ, ਜਿਹਦੇ ਵਿੱਚੋਂ 250 ਮੈਂਬਰ ਸੀ ਜਿਹੜੇ ਪ੍ਰਤੱਖ ਰੂਪ ਦੇ ਵਿੱਚ ਚੁਣੇ ਜਾਂਦੇ ਸੀ, ਮਤਲਬ ਸਿੱਧੇ ਰੂਪ ਦੇ ਵਿੱਚ ਚੁਣੇ ਜਾਂਦੇ ਸੀ। ਤੋਂ 125 ਮੈਂਬਰ ਸੀ ਜਿਹੜੇ ਉਹ ਮਨੋਨੀਤ ਦੇਸੀ ਸ਼ਾਸਕਾਂ ਦੁਆਰਾ ਚੁਣੇ ਜਾਂਦੇ ਸੀ, ਠੀਕ ਹੈ ਜੀ। ਨੈਕਸਟ ਹੈ ਜੀ, ਇਸ ਦੇ ਵਿੱਚ ਇਸ ਦੀ ਜਿਹੜੀ ਕਾਰਜਕਾਲ ਸੀ, ਇਸ ਦਾ ਜਿਹੜਾ ਟਾਈਮ ਪੀਰੀਅਡ ਸੀ ਉਹ 5 ਸਾਲ ਸੀ, ਠੀਕ ਹੈ। ਇਸ ਐਕਟ ਦੇ ਮੁਤਾਬਿਕ ਇੱਕ ਸੰਘ ਬੈਂਕ ਅਤੇ ਇੱਕ ਸੰਘੀ ਨਿਆਂਪਾਲਿਕਾ ਦੀ ਵੀ ਵਿਵਸਥਾ ਕੀਤੀ ਗਈ। ਸੰਘੀ ਬੈਂਕ ਕਿਹੜੀ ਸੀ ਜੀ? ਆਰਬੀਆਈ ਦੀ ਸਥਾਪਨਾ ਜਿਹੜੀ ਕਿ 1 ਅਪ੍ਰੈਲ 1935 ਈਸਵੀ ਨੂੰ ਕੀਤੀ ਗਈ, ਠੀਕ ਹੈ ਜੀ। ਬਹੁਤ ਇੰਪੋਰਟੈਂਟ ਐਕਟ ਹੈ, ਪਲੀਜ਼ ਧਿਆਨ ਨਾਲ ਕਰ ਲਿਓ। ਇਸ ਦਾ ਕਾਰਜਕਾਲ ਕਿੰਨਾ ਸੀ? 5 ਸਾਲ। ਤੇ ਇਸੇ ਐਕਟ ਦੇ ਮੁਤਾਬਿਕ ਸੰਘ ਬੈਂਕ ਔਰ ਇੱਕ ਸੰਘੀ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ। ਸੰਘੀ ਬੈਂਕ ਕਿਹੜੀ ਸੀ ਜੀ? ਆਰਬੀਆਈ ਦੀ ਸਥਾਪਨਾ ਰਿਜ਼ਰਵ ਬੈਂਕ ਆਫ ਇੰਡੀਆ, ਜਿਹਦੀ 1 ਅਪ੍ਰੈਲ 1935 ਈਸਵੀ ਨੂੰ ਸਥਾਪਨਾ ਕੀਤੀ ਗਈ। ਔਰ ਸੰਘੀ ਨਿਆਂਪਾਲਿਕਾ ਦੀ ਵਿਵਸਥਾ ਜਾਂ ਸਥਾਪਨਾ 1 ਅਕਤੂਬਰ 1937 ਈਸਵੀ ਨੂੰ ਕੀਤੀ ਗਈ, ਜਿਸ ਦੇ ਵਿੱਚ 7 ਨਿਆਂ ਜੱਜ ਰੱਖੇ ਗਏ, ਠੀਕ ਹੈ ਜੀ। ਇਸ ਵਿੱਚ ਸੰਪਰਦਾਇਕ ਚੋਣ ਪ੍ਰਣਾਲੀ ਦਾ ਵਿਸਤਾਰ ਵੀ ਕੀਤਾ ਗਿਆ ਅਤੇ ਦਲਿਤਾਂ ਲਈ ਵੀ ਅਲੱਗ ਚੋਣ ਖੇਤਰ ਬਣਾਏ ਗਏ, ਠੀਕ ਹੈ ਜੀ। ਉਸ ਤੋਂ ਬਾਅਦ ਜੀ ਆਪਣਾ ਲਾਸਟ ਹੈ ਜੋ ਭਾਰਤੀ ਸੁਤੰਤਰਤਾ ਅਧਿਨਿਯਮ, ਇੰਡੀਅਨ ਇੰਡੀਪੈਂਡੈਂਸ ਐਕਟ 1947, ਠੀਕ ਹੈ ਜੀ। ਇਸ ਜੁਲਾਈ 1947 ਦੇ ਵਿੱਚ ਬ੍ਰਿਟਿਸ਼ ਸਰਕਾਰ ਨੇ ਇਹ ਕਾਨੂੰਨ ਬਣਾਇਆ ਕਿ ਵਾਇਸਰਾਏ ਲਾਰਡ ਮਾਊਂਟਬੈਟਨ ਦੀ ਯੋਜਨਾ ਦੇ ਆਧਾਰ ਤੇ ਭਾਰਤ ਦੀ ਸੁਤੰਤਰਤਾ ਨਾਲ ਸੰਬੰਧਿਤ ਇੱਕ ਬਿੱਲ ਸੀ ਜਿਹੜਾ ਉਹ 4 ਜੁਲਾਈ 1947 ਈਸਵੀ ਨੂੰ ਕਾਮਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ, ਪਾਸ ਕਰ ਦਿੱਤਾ ਗਿਆ ਸੀ। ਤੇ 18 ਜੁਲਾਈ 1947 ਈਸਵੀ ਨੂੰ ਬ੍ਰਿਟਿਸ਼ ਸਮਰਾਟ ਦੁਆਰਾ ਇਸ ਨੂੰ ਸਵੀਕਾਰ ਕਰ ਲਿਆ ਗਿਆ। ਤੇ 15 ਅਗਸਤ 1947 ਈਸਵੀ ਨੂੰ ਭਾਰਤ ਅਤੇ ਪਾਕਿਸਤਾਨ ਨਾਮਕ 2 ਅਧਿਰਾਜਾਂ ਦੀ ਸਥਾਪਨਾ ਕੀਤੀ ਜਾਵੇਗੀ। ਤੇ ਦੋਨਾਂ ਰਾਜਾਂ ਦੇ ਜਿਹੜੇ ਗਵਰਨਰ ਜਨਰਲ ਦੀ ਨਿਯੁਕਤੀ ਸੀ ਉਹ ਬ੍ਰਿਟਿਸ਼ ਸਮਰਾਟ ਦੁਆਰਾ ਹੀ ਕੀਤੀ ਜਾਵੇਗੀ। ਤੇ ਦੋਨੇ ਰਾਜ ਆਪਣੇ ਦੇਸ਼ ਦਾ ਸੰਵਿਧਾਨ ਬਣਾਉਣ ਲਈ ਪੂਰੀ ਤਰ੍ਹਾਂ ਸੁਤੰਤਰ ਹੋਣਗੇ। ਜਦ ਤੱਕ ਸੰਵਿਧਾਨ ਦਾ ਨਿਰਮਾਣ ਨਹੀਂ ਹੋ ਜਾਂਦਾ ਉਦੋਂ ਤੱਕ ਹਰੇਕ ਰਾਜ ਦਾ ਸ਼ਾਸਨ ਪ੍ਰਬੰਧ 1935 ਈਸਵੀ ਦੇ ਭਾਰਤ ਸ਼ਾਸਨ ਅਧਿਨਿਯਮ ਦੁਆਰਾ ਕੀਤਾ ਜਾਵੇਗਾ। ਤੇ ਸੁਤੰਤਰਤਾ ਤੋਂ ਬਾਅਦ ਰਾਜਾਂ, ਪ੍ਰਾਂਤਾਂ ਅਤੇ ਉਹਨਾਂ ਦੇ ਕਿਸੇ ਵੀ ਭਾਗ ਤੇ ਬ੍ਰਿਟਿਸ਼ ਸਰਕਾਰ ਦਾ ਅਧਿਕਾਰ ਨਹੀਂ ਰਹੇਗਾ, ਠੀਕ ਹੈ ਜੀ। ਇਹ ਸੀ ਜੀ ਅੱਜ ਦਾ ਆਪਣਾ ਟੌਪਿਕ। ਅਗਰ ਤੁਹਾਨੂੰ ਮੇਰਾ ਵੀਡੀਓ ਪਸੰਦ ਆਇਆ ਹੋਇਆ ਤਾਂ ਪਲੀਜ਼ ਲਾਈਕ, ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਥੈਂਕ ਯੂ ਸੋ ਮਚ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।